पंजाब के नागरिक और पंजाब तो ही गलबात शुरू करांगे। पहला पंजाब, फिर पंजाबी सूबे, पंजाबी भाषा ते हुण पंजाब यूनीवर्सिटी ते अटैक। जी, ਇਹ ਜਿਹੜਾ ਪੰਜਾਬ ਯੂਨੀਵਰਸਿਟੀ ਦੇ ਉੱਤੇ ਅਟੈਕ ਆ, ਇਹ ਕਦੋਂ ਤੋਂ ਸਾਜ਼ਿਸ਼ਾਂ ਚੱਲ ਰਹੀਆਂ ਨੇ। ਜਦੋਂ ਦਾ ਬੀਜੇਪੀ ਦੀ ਸਰਕਾਰ ਆਈ ਸੀ ਉਸ ਤੋਂ ਬਾਅਦ ਇਹਨਾਂ ਨੇ ਸਾਰੇ ਸੂਬਿਆਂ ਨੂੰ ਇਸ ਤਰੀਕੇ ਨਾਲ ਕੋਸ਼ਿਸ਼ ਕੀਤੀ ਸੀ ਕਿ ਸਾਰੇ ਸੂਬਿਆਂ ਨੂੰ ਦੇ ਅਧਿਕਾਰ ਖੋਏ ਜਾਣ। ਆਪਣਾ ਸਟੂਡੈਂਟਸ ਦੇ ਜਿਹੜੇ ਨੁਮਾਇੰਦੇ ਹੁੰਦੇ ਨੇ, ਉਹ 15 ਨੁਮਾਇੰਦੇ ਹੁੰਦੇ ਨੇ, ਉਹਨਾਂ ਦੀ ਜਿਹੜੀਆਂ ਚੋਣਾਂ ਸੀ ਅੱਜ ਹੋਣੀਆਂ ਸੀ। ਇਹਨਾਂ ਨੇ ਇਹ ਚੋਣਾਂ ਪੋਸਟਪੋਨ ਕਰ ਦਿੱਤੀਆਂ ਨੇ ਇਹਦੇ ਲਈ, ਜਦ ਕਿ ਉਹ ਜਿਹੜੇ ਨੁਮਾਇੰਦੇ ਖੜ੍ਹੇ ਹੋਏ ਨੇ ਉਹ ਇਹਦੀ ਤਿਆਰੀ ਕਰਦੇ ਰਹੇ ਸੀ। ਤੇ ਇਸ ਲਈ ਅਸੀਂ ਇੱਥੇ ਜਿਹੜਾ ਇਹ ਧਰਨਾ ਲਗਾਇਆ ਹੋਇਆ। ਅੱਜ ਦੀ ਜੇ ਗੱਲ ਕਰੀਏ, ਜਦੋਂ ਪੋਸਟਪੋਨ ਹੋਈਆਂ ਨੇ ਚੋਣਾਂ, ਉਸ ਤੋਂ ਬਾਅਦ ਐਡਮਿਨਿਸਟ੍ਰੇਸ਼ਨ ਦਾ ਜਾਂ ਵੀਸੀ ਦਾ ਕੋਈ ਬਿਆਨ ਸਾਹਮਣੇ ਆਇਆ ਹੋ? ਕਿਸ ਤਰੀਕੇ ਦਾ ਰਵੱਈਆ ਜਿਹੜਾ ਸਾਹਮਣੇ ਆ ਰਿਹਾ? ਸੁਣਨ ਚ ਆ ਰਿਹਾ ਕਿ ਉਹ ਤਾਂ ਆਰਐਸਐਸ ਦੇ ਦਫ਼ਤਰ ਦੇ ਬਾਹਰ ਮੱਥਾ ਟੇਕਦੇ ਰਹੇ ਨੇ। ਇਹ ਤਾਂ ਹੈ ਹੀ ਆ ਕਿ ਉਹ ਆਰਐਸਐਸ ਦੇ ਜਿਹੜੇ ਪੂਰੇ ਭਗਤ ਨੇ, ਕਿਉਂਕਿ ਉਹਨਾਂ ਨੇ ਆਪਣਾ ਜਿਹੜਾ ਘਰ ਆ, ਜਿਹੜੇ ਸਰਕਾਰੀ ਜਿਹੜੀ ਉਹਨਾਂ ਦੀ ਰਿਹਾਇਸ਼ ਆ, ਉਹਦੇ ਉੱਤੇ ਵੀ ਜਦੋਂ ਪਹਿਲੀ ਵਾਰ ਆਇਆ ਸੀ ਉਹਦੇ ਉੱਤੇ ਉਹਨਾਂ ਨੇ ਇੱਕ ਤਰਸੂਲ ਲਗਾ ਲਿਆ ਸੀ। ਤੇ ਹੁਣ ਜਿਹੜੀ ਗੱਲ ਆ, ਅੱਜ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਕਿ ਉਹਨਾਂ ਦਾ ਕੋਈ ਆਇਆ ਇੱਥੇ, ਉਹਨਾਂ ਦਾ ਕੋਈ ਸੁਨੇਹਾ ਆਇਆ, ਉਹਨਾਂ ਦਾ ਸੁਨੇਹਾ ਸੀ ਜਿਹੜੇ ਸਾਡੇ ਇੱਥੇ ਦੇ ਇੱਕ ਵਾਰਡਨ ਸਾਹਿਬ ਨੇ, ਉਹਨਾਂ ਦੇ ਨੁਮਾਇੰਦੇ ਹੁੰਦੇ ਨੇ, ਉਹ ਆਏ ਸੀ ਲੈ ਕੇ ਸੁਨੇਹਾ ਕਿ ਤੁਸੀਂ 5 ਤਰੀਕ ਦਾ ਜਿਹੜਾ ਐਤਵਾਰ ਛੱਡ ਕੇ ਸਤੰਬਰ ਦੇ ਵਿੱਚ ਅਗਲਾ ਜਿਹੜਾ ਵੀ ਐਤਵਾਰ ਆਉਂਦਾ ਉਸ ਐਤਵਾਰ ਨੂੰ ਤੁਸੀਂ ਇਲੈਕਸ਼ਨਾਂ ਅਸੀਂ ਕਰਵਾਵਾਂਗੇ। ਪਰ ਅਸੀਂ ਕਿਹਾ ਵੀ ਸਾਨੂੰ ਰਿਟਰਨ 'ਚ ਦੇਵੋ, ਜਦੋਂ ਤੱਕ ਕੁਛ ਰਿਟਰਨ 'ਚ ਨਹੀਂ ਆਉਂਦਾ ਹੈਗਾ ਉਦੋਂ ਤੱਕ ਅਸੀਂ ਇਹ ਧਰਨਾ ਜਿਹੜਾ ਸਮਾਪਤ ਨਹੀਂ ਕਰਾਂਗੇ। ਕਿ ਲੋਕਡਾਊਨ ਹੋਇਆ, ਲੋਕਡਾਊਨ ਦੇ ਕਾਰਨ ਜਿਹੜੇ ਸੀ ਸਾਰੇ ਸਟੂਡੈਂਟ ਘਰਾਂ ਨੂੰ ਗਏ ਹੋਏ ਸੀ ਤੇ ਕੋਈ ਸਟੂਡੈਂਟ ਨਹੀਂ ਸੀ, ਯੂਨੀਵਰਸਿਟੀ ਬੰਦ ਕੀਤੀ ਹੋਈ ਸੀ। ਦੂਜੀ ਗੱਲ ਆ, ਜਿਹੜੀ ਪਹਿਲਾਂ ਵਾਲੀ ਸੈਨੇਟ ਚੱਲਦੀ ਆ ਰਹੀ ਸੀ ਉਹਦੀ ਜਿਹੜੀ ਟਰਮ ਆ ਲੋਕਡਾਊਨ ਦੇ ਵਿੱਚ ਹੀ ਖਤਮ ਹੋ ਗਈ ਸੀ। ਲੋਕਡਾਊਨ ਦੇ ਵਿੱਚ ਖਤਮ ਹੋਣ ਕਾਰਨ ਜਿਹੜੀਆਂ ਨਵੀਆਂ ਇਲੈਕਸ਼ਨਾਂ ਸੀ, ਇਹਨਾਂ ਨੇ ਪਹਿਲਾਂ ਤਾਂ ਕਰੋਨਾ ਦਾ ਬਹਾਨਾ ਬਣਾ ਕੇ ਜਿਹੜੀਆਂ ਇਲੈਕਸ਼ਨਾਂ ਨਹੀਂ ਕਰਵਾਈਆਂ। ਉਸ ਤੋਂ ਬਾਅਦ ਜਦੋਂ ਸੰਘਰਸ਼ ਲੜੇ ਪਿਛਲੇ ਸਾਲ ਤੋਂ ਸਾਡੇ ਸਟੂਡੈਂਟਸ ਨੇ, ਹੋਰ ਸਟੇਕ ਹੋਲਡਰਸ ਨੇ, ਜਦੋਂ ਸੰਘਰਸ਼ ਲੜੇ ਫਿਰ ਇਹਨਾਂ ਨੇ ਇਲੈਕਸ਼ਨਾਂ ਦੀ ਡੇਟ ਡਿਕਲੇਅਰ ਕੀਤੀ ਸੀ ਤੇ ਉਹਨੂੰ ਵੀ ਕਈ ਵਾਰ ਡਿਕਲੇਅਰ ਕਰਕੇ ਪੋਸਟਪੋਨ ਕੀਤਾ ਗਿਆ। ਤੇ ਇਹਦੇ ਵਿੱਚ ਇਹੀ ਕਮੀ ਆ ਕਿ ਲੋਕਡਾਊਨ ਦੇ ਜਿਹੜਾ ਕਰੋਨਾ ਦੇ ਡਰ ਦੇ ਨਾਲ ਜਿਹੜੇ ਲੋਕ ਸੀ ਉਹ ਘਰਾਂ ਦੇ ਅੰਦਰ ਬਾੜੇ ਹੋਏ ਸੀ। ਤੇ ਦੂਜੀ ਗੱਲ ਆ, ਤੇ ਇਹਨਾਂ ਦਾ ਜਿਹੜਾ ਇਹਨਾਂ ਦੀ ਮਨਸਾ ਹੈਗੀ ਆ ਕਿ ਕੇਂਦਰ ਦੇ ਹੱਥ ਸਾਰੀਆਂ ਸ਼ਕਤੀਆਂ ਲੈਣ ਦੀ ਆ। ਪੰਜਾਬ ਅੰਦੋਲਨ ਦੇ ਰੰਗ ਦੇ ਵਿੱਚ ਰੰਗਿਆ ਹੋਇਆ, ਕਿਧਰੇ ਕਿਸਾਨੀ ਅੰਦੋਲਨ ਦੀ ਗੂੰਜ ਸੁਣਨ ਨੂੰ ਮਿਲ ਰਹੀ ਹੈ ਔਰ ਕਿਧਰੇ ਵਿਦਿਅਕ ਅਦਾਰੇ ਜਿੱਥੇ ਵਿਦਿਆਰਥੀਆਂ ਨੇ ਪੜ੍ਹਨਾ ਸੀ, ਆਪਣਾ ਭਵਿੱਖ ਸੰਵਾਰਨਾ ਸੀ, ਉਸ ਵਿਦਿਅਕ ਅਦਾਰੇ ਦੀ ਹੋਂਦ ਨੂੰ ਬਚਾਉਣ ਦੇ ਲਈ, ਉਸ ਵਿਦਿਅਕ ਅਦਾਰੇ ਨੂੰ ਖੁਲਵਾਉਣ ਦੇ ਲਈ ਜਿਹੜੇ ਵਿਦਿਆਰਥੀ ਨੇ ਲਗਾਤਾਰ ਸੜਕਾਂ ਤੇ ਉਤਰੇ ਹੋਏ ਨੇ। ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦਾ ਮੁੱਦਾ ਤੁਹਾਨੂੰ ਸਭ ਨੂੰ ਪਤਾ ਹੈ ਔਰ ਲਗਾਤਾਰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਸੈਨੇਟ ਚੋਣਾਂ ਨੂੰ ਲੈ ਕੇ ਜਿਹੜੇ ਪ੍ਰੋਟੈਸਟ ਨੇ ਉਹ ਕੀਤੇ ਜਾ ਰਹੇ ਨੇ। ਨਾਲ ਹੀ ਯੂਨੀਵਰਸਿਟੀ ਖੁਲਵਾਉਣ ਨੂੰ ਲੈ ਕੇ ਲਗਾਤਾਰ ਵਿਦਿਆਰਥੀ ਮੰਗ ਕਰ ਰਹੇ ਨੇ। ਸਾਡੇ ਨਾਲ ਇਸ ਵੇਲੇ ਗੁਰਦੀਪ ਸਿੰਘ ਮੌਜੂਦ ਨੇ ਜਿਹੜੇ ਕਿ ਵਿਦਿਆਰਥੀ ਯੂਨੀਅਨ ਦੇ ਆਗੂ ਨੇ, ਇਹਦੇ ਨਾਲ ਗੱਲਬਾਤ ਕਰਾਂਗੇ। ਸਭ ਤੋਂ ਪਹਿਲਾਂ ਗੱਲਬਾਤ ਕਰਾਂਗੇ ਕਿ ਆਪਾਂ ਪੰਜਾਬ ਦੇ ਨਾਗਰਿਕ ਔਰ ਪੰਜਾਬ ਤੋਂ ਹੀ ਗੱਲਬਾਤ ਸ਼ੁਰੂ ਕਰਾਂਗੇ। ਪਹਿਲਾਂ ਪੰਜਾਬ, ਫਿਰ ਪੰਜਾਬੀ ਸੂਬੇ, ਪੰਜਾਬੀ ਭਾਸ਼ਾ ਤੇ ਹੁਣ ਪੰਜਾਬ ਯੂਨੀਵਰਸਿਟੀ ਤੇ ਅਟੈਕ। ਜੀ, ਇਹ ਜਿਹੜਾ ਪੰਜਾਬ ਯੂਨੀਵਰਸਿਟੀ ਦੇ ਉੱਤੇ ਅਟੈਕ ਆ, ਇਹ ਕਦੋਂ ਤੋਂ ਸਾਜ਼ਿਸ਼ਾਂ ਚੱਲ ਰਹੀਆਂ ਨੇ। ਜਦੋਂ ਦਾ ਬੀਜੇਪੀ ਦੀ ਸਰਕਾਰ ਆਈ ਸੀ ਉਸ ਤੋਂ ਬਾਅਦ ਇਹਨਾਂ ਨੇ ਸਾਰੇ ਸੂਬਿਆਂ ਨੂੰ ਇਸ ਤਰੀਕੇ ਨਾਲ ਕੋਸ਼ਿਸ਼ ਕੀਤੀ ਸੀ ਕਿ ਸਾਰੇ ਸੂਬਿਆਂ ਨੂੰ ਦੇ ਅਧਿਕਾਰ ਖੋਏ ਜਾਣ। ਪੰਜਾਬ ਯੂਨੀਵਰਸਿਟੀ ਇੱਕ ਇੱਦਾਂ ਦੀ ਯੂਨੀਵਰਸਿਟੀ ਆ ਜਿੱਥੇ ਦੀ ਇਹ ਇਕੱਲੀ ਯੂਨੀਵਰਸਿਟੀ ਆ ਜਿੱਥੇ ਦੀ ਇੱਕ ਆਪਣੀ ਇੱਕ ਗਵਰਨਿੰਗ ਬੋਡੀ ਹੁੰਦੀ ਆ। ਗਵਰਨਿੰਗ ਬੋਡੀ ਆ ਜਿਹੜੀ ਜਿਹਦੇ 'ਚ ਕਿਸੇ ਐਮਐਲਏ ਐਮਪੀ ਦੀ ਇੰਟਰਫੇਰੈਂਸ ਨਹੀਂ ਹੋ ਸਕਦੀ। ਉਹਦਾ ਇੱਕ ਆਪਣਾ ਸਟਰਕਚਰ ਆ, ਉਹ ਆਪਣੇ ਆਪ ਹੁਦਰੇ ਜਿਹੜੇ ਨੇ ਫੈਸਲੇ ਲੈ ਸਕਦੀ ਆ। ਇਹਨੂੰ ਖੋਣ ਦੇ ਨਾਲ ਸਾਡੇ ਦੇਸ਼ ਦਾ ਜਿਹੜਾ ਸੰਘੀ ਨੇ ਆਰਐਸਐਸ ਦੇ ਜਿਹੜੇ ਨੁਮਾਇੰਦੇ ਨੇ ਬੀਜੇਪੀ ਦੇ, ਇਹ ਚਾਹੁੰਦੇ ਨੇ ਕਿ ਇੱਕ ਦੇਸ਼ ਇੱਕ ਭਾਸ਼ਾ ਕੀਤੀ ਜਾਵੇ ਤੇ ਲੋਕਾਂ ਦੇ ਜਿਹੜੇ ਐਥਨਿਕ ਗਰੁੱਪਸ ਨੇ, ਜਿਹੜੇ ਅਲੱਗ-ਅਲੱਗ ਗਰੁੱਪ ਨੇ, ਉਹਨਾਂ ਦੀਆਂ ਜਿਹੜੀਆਂ ਆਵਾਜ਼ਾਂ ਨੂੰ ਦਬਾਇਆ ਜਾਵੇ। ਇਹ ਯੂਨੀਵਰਸਿਟੀ ਦੀਆਂ ਸੈਨੇਟ ਆ ਜਿਹੜੀ ਉਹਦੀ ਇਲੈਕਸ਼ਨਾਂ ਨਹੀਂ ਕਰਵਾ ਰਹੇ ਸੀ ਪਿਛਲੇ ਸਾਲ ਤੋਂ। 18 ਅਗਸਤ ਨੂੰ ਤੈਅ ਕੀਤੀਆਂ ਗਈਆਂ ਸੀ ਚੋਣਾਂ ਅੱਜ ਹੀ ਦੇ ਦਿਨ, ਪਰ ਹੋ ਨਹੀਂ ਸਕੀਆਂ। ਅੱਜ ਜਿਹੜੀਆਂ ਚੋਣਾਂ ਹੋਣੀਆਂ ਸੀ ਗ੍ਰੈਜੂਏਟ ਕੌਂਸਟੀਟੈਂਸੀ ਦੀਆਂ ਹੋਣੀਆਂ ਸੀ, ਕਿਉਂਕਿ ਇੱਥੇ ਦੀਆਂ ਕਈ ਕੌਂਸਟੀਟੈਂਸੀਜ਼ ਹੈਗੀਆਂ ਜਿਹਦਾ ਟੀਚਰਸ ਦੀਆਂ ਅਲੱਗ-ਅਲੱਗ ਤਰੀਕਿਆਂ ਨਾਲ ਨੁਮਾਇੰਦੇ ਆਉਂਦੇ ਨੇ। ਪ੍ਰੋਫੈਸਰਾਂ ਦੇ ਅਲੱਗ ਨੁਮਾਇੰਦੇ ਆਉਂਦੇ ਨੇ, ਟੈਕਨੀਕਲ ਸਟਾਫ ਦੇ ਅਲੱਗ ਆਉਂਦੇ ਨੇ ਤੇ ਆਪਣਾ ਸਟੂਡੈਂਟਸ ਦੇ ਜਿਹੜੇ ਨੁਮਾਇੰਦੇ ਆਉਂਦੇ ਨੇ ਉਹ 15 ਨੁਮਾਇੰਦੇ ਹੁੰਦੇ ਨੇ। ਉਹਨਾਂ ਦੀ ਜਿਹੜੀਆਂ ਚੋਣਾਂ ਸੀ ਅੱਜ ਹੋਣੀਆਂ ਸੀ, ਇਹਨਾਂ ਨੇ ਇਹ ਚੋਣਾਂ ਪੋਸਟਪੋਨ ਕਰ ਦਿੱਤੀਆਂ ਨੇ ਇਹਦੇ ਲਈ, ਜਦ ਕਿ ਉਹ ਜਿਹੜੇ ਨੁਮਾਇੰਦੇ ਖੜ੍ਹੇ ਹੋਏ ਨੇ ਉਹ ਇਹਦੀ ਤਿਆਰੀ ਕਰਦੇ ਰਹੇ ਸੀ। ਤੇ ਇਸ ਲਈ ਅਸੀਂ ਇੱਥੇ ਜਿਹੜਾ ਇਹ ਧਰਨਾ ਲਗਾਇਆ ਹੋਇਆ। ਇਸ ਧਰਨਾ ਜਿਹੜਾ ਹੁਣ ਅਸੀਂ ਵੀਸੀ ਦਫ਼ਤਰ ਦੇ ਬਾਹਰ ਅਣਮਿੱਥੇ ਟਾਈਮ ਦੇ ਲਈ ਲਗਾ ਦਿੱਤਾ, ਜਦੋਂ ਤੱਕ ਸਾਨੂੰ ਕੋਈ ਅਥਾਰਟੀ ਵਾਲੇ ਰਿਟਰਨ 'ਚ ਨੋਟੀਫਿਕੇਸ਼ਨ ਨਹੀਂ ਦਿੰਦੇ ਕਿ ਅਸੀਂ ਇਸ ਤਰੀਕ ਨੂੰ ਚੋਣਾਂ ਕਰਵਾਵਾਂਗੇ। ਧਰਨਾ ਕਾਫੀ ਲੰਬੇ ਸਮੇਂ ਤੋਂ ਅਸੀਂ ਵੀ ਕਵਰ ਕਰ ਰਹੇ ਹਾਂ। ਲੰਬੇ ਸਮੇਂ ਤੋਂ ਇੱਥੇ ਵੀਸੀ ਆਫਿਸ ਦੇ ਬਾਹਰ ਤੁਸੀਂ ਧਰਨਾ ਲਗਾਇਆ ਹੋਇਆ। ਹਾਲਾਂਕਿ ਪਹਿਲਾਂ ਜਿਹੜੀ ਧਰਨੇ ਨੂੰ ਵੇਖਦੇ ਹੋਏ, ਰੋਸ ਪ੍ਰਦਰਸ਼ਨ ਨੂੰ ਵੇਖਦੇ ਹੋਏ ਜਿਹੜੀ 18 ਅਗਸਤ ਦੀ ਤਰੀਕ ਹੈ ਉਹ ਤੈਅ ਕੀਤੀ ਗਈ ਸੀ। ਪਰ ਅੱਜ ਦੀ ਜੇ ਗੱਲ ਕਰੀਏ, ਜਦੋਂ ਪੋਸਟਪੋਨ ਹੋਈਆਂ ਨੇ ਚੋਣਾਂ, ਉਸ ਤੋਂ ਬਾਅਦ ਐਡਮਿਨਿਸਟ੍ਰੇਸ਼ਨ ਦਾ ਜਾਂ ਵੀਸੀ ਦਾ
ਦਾ ਕੋਈ ਬਿਆਨ ਸਾਹਮਣੇ ਆਇਆ ਹੋ, ਕਿਸ ਤਰੀਕੇ ਦਾ ਰਵੱਈਆ ਜਿਹੜਾ ਸਾਹਮਣੇ ਆ ਰਿਹਾ, ਸੁਣਨ ਚ ਆ ਰਿਹਾ ਕਿ ਉਹ ਤਾਂ ਆਰਐਸਐਸ ਦੇ ਦਫ਼ਤਰ ਦੇ ਬਾਹਰ ਮੱਥਾ ਟੇਕਦੇ ਰਹੇ ਨੇ। ਇਹ ਤਾਂ ਹੈ ਹੀ ਆ ਕਿ ਉਹ ਆਰਐਸਐਸ ਦੇ ਜਿਹੜੇ ਪੂਰੇ ਭਗਤ ਨੇ, ਕਿਉਂਕਿ ਉਹਨਾਂ ਨੇ ਆਪਣਾ ਜਿਹੜਾ ਘਰ ਆ, ਜਿਹੜੇ ਸਰਕਾਰੀ ਜਿਹੜੀ ਉਹਨਾਂ ਦੀ ਰਿਹਾਇਸ਼ ਆ, ਉਹਦੇ ਉੱਤੇ ਵੀ ਜਦੋਂ ਪਹਿਲੀ ਵਾਰ ਆਇਆ ਸੀ ਉਹਦੇ ਉੱਤੇ ਉਹਨਾਂ ਨੇ ਇੱਕ ਤਰਸੂਲ ਲਗਾ ਲਿਆ ਸੀ। ਤੇ ਹੁਣ ਜਿਹੜੀ ਗੱਲ ਆ, ਅੱਜ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਕਿ ਉਹਨਾਂ ਦਾ ਕੋਈ ਆਇਆ ਇੱਥੇ, ਉਹਨਾਂ ਦਾ ਕੋਈ ਸੁਨੇਹਾ ਆਇਆ, ਉਹਨਾਂ ਦਾ ਸੁਨੇਹਾ ਸੀ ਜਿਹੜੇ ਸਾਡੇ ਇੱਥੇ ਦੇ ਇੱਕ ਵਾਰਡਨ ਸਾਹਿਬ ਨੇ, ਉਹਨਾਂ ਦੇ ਨੁਮਾਇੰਦੇ ਹੁੰਦੇ ਨੇ, ਉਹ ਆਏ ਸੀ ਲੈ ਕੇ ਸੁਨੇਹਾ ਕਿ ਤੁਸੀਂ 5 ਤਰੀਕ ਦਾ ਜਿਹੜਾ ਐਤਵਾਰ ਛੱਡ ਕੇ ਸਤੰਬਰ ਦੇ ਵਿੱਚ ਅਗਲਾ ਜਿਹੜਾ ਵੀ ਐਤਵਾਰ ਆਉਂਦਾ ਉਸ ਐਤਵਾਰ ਨੂੰ ਤੁਸੀਂ ਇਲੈਕਸ਼ਨਾਂ ਅਸੀਂ ਕਰਵਾਵਾਂਗੇ। ਪਰ ਅਸੀਂ ਕਿਹਾ ਵੀ ਸਾਨੂੰ ਰਿਟਰਨ 'ਚ ਦੇਵੋ, ਜਦੋਂ ਤੱਕ ਕੁਛ ਰਿਟਰਨ 'ਚ ਨਹੀਂ ਆਉਂਦਾ ਹੈਗਾ ਉਦੋਂ ਤੱਕ ਅਸੀਂ ਇਹ ਧਰਨਾ ਜਿਹੜਾ ਸਮਾਪਤ ਨਹੀਂ ਕਰਾਂਗੇ। ਲੱਗਦਾ ਕੀ ਹੈ ਇਸ ਦੇ ਪਿੱਛੇ ਕਾਰਨ ਕੀ ਰਹੇ ਨੇ? ਕਿਉਂਕਿ ਲਗਾਤਾਰ ਪਹਿਲਾਂ ਹਰ ਇੱਕ, ਜਿਵੇਂ ਆਪਾਂ ਗੱਲ ਕੀਤੀ ਹੈ ਕਿ ਸੂਬੇ ਤੇ ਪੰਜਾਬੀ ਭਾਸ਼ਾ ਤੇ ਡਾਕਾ, ਹੁਣ ਵਿਦਿਅਕ ਸੰਸਥਾਵਾਂ ਦੇ ਉੱਤੇ ਵੀ ਜਿਹੜਾ ਕੇਂਦਰ ਸ਼ਾਸਿਤ ਰਵੱਈਆ ਜਿਹੜਾ ਕੇਂਦਰ ਸਰਕਾਰ ਅਪਣਾਉਣ ਜਾ ਰਹੀ ਹੈ, ਕੀ ਕਾਰਨ ਕੀ ਲੱਗਦੇ ਨੇ? ਕਮੀ ਕਿੱਥੇ ਰਹਿ ਗਈ? ਸੂਬੇ ਦੀਆਂ ਸਰਕਾਰਾਂ 'ਚ ਕਮੀ ਰਹੀ, ਵਿਦਿਆਰਥੀ ਸੰਗਠਨਾਂ ਦੇ ਵਿੱਚ ਕਮੀ ਰਹੀ, ਜਾਂ ਅਧਿਆਪਕਾਂ 'ਚ ਕਮੀ ਰਹੀ? ਕਿੱਥੇ ਕਮੀ ਲੱਗਦੀ ਹੈ ਸਭ ਤੋਂ ਵੱਧ? ਸਭ ਤੋਂ ਵੱਡੀ ਗੱਲ ਹੈ, ਪਹਿਲਾਂ ਤਾਂ ਇਹਨਾਂ ਦੀ ਮਨਸਾ ਸੀ ਕਿ ਅਸੀਂ ਸਾਰੇ ਜਿਹੜੇ ਅਦਾਰੇ ਨੇ ਜਿੱਥੇ ਵੀ ਕੋਈ ਸੰਘੀ ਢਾਂਚਾ ਹੈਗਾ, ਫੈਡਰਲਿਜ਼ਮ ਹੈਗਾ, ਉਹਨੂੰ ਖਤਮ ਕੀਤਾ ਜਾਵੇ, ਉਹਨਾਂ ਦੇ ਅਧਿਕਾਰ ਖੋਹੇ ਜਾਣ, ਸਾਰੇ ਅਧਿਕਾਰਾਂ ਨੂੰ ਕੇਂਦਰ ਆਪਣੇ ਥੱਲੇ ਲਵੇ, ਆਪਣੇ ਹੱਥ 'ਚ ਲਵੇ। ਦੂਜੀ ਗੱਲ ਆ, ਇਹਦੇ ਲਈ ਪ੍ਰੋਬਲਮ ਇਹ ਹੋਈ ਕਿ ਲੋਕਡਾਊਨ ਹੋਇਆ, ਲੋਕਡਾਊਨ ਦੇ ਕਾਰਨ ਜਿਹੜੇ ਸੀ ਸਾਰੇ ਸਟੂਡੈਂਟ ਘਰਾਂ ਨੂੰ ਗਏ ਹੋਏ ਸੀ ਤੇ ਕੋਈ ਸਟੂਡੈਂਟ ਨਹੀਂ ਸੀ, ਯੂਨੀਵਰਸਿਟੀ ਬੰਦ ਕੀਤੀ ਹੋਈ ਸੀ। ਦੂਜੀ ਗੱਲ ਆ, ਜਿਹੜੀ ਪਹਿਲਾਂ ਵਾਲੀ ਸੈਨੇਟ ਚੱਲਦੀ ਆ ਰਹੀ ਸੀ ਉਹਦੀ ਜਿਹੜੀ ਟਰਮ ਆ ਲੋਕਡਾਊਨ ਦੇ ਵਿੱਚ ਹੀ ਖਤਮ ਹੋ ਗਈ ਸੀ। ਲੋਕਡਾਊਨ ਦੇ ਵਿੱਚ ਖਤਮ ਹੋਣ ਕਾਰਨ ਜਿਹੜੀਆਂ ਨਵੀਆਂ ਇਲੈਕਸ਼ਨਾਂ ਸੀ, ਇਹਨਾਂ ਨੇ ਪਹਿਲਾਂ ਤਾਂ ਕਰੋਨਾ ਦਾ ਬਹਾਨਾ ਬਣਾ ਕੇ ਜਿਹੜੀਆਂ ਇਲੈਕਸ਼ਨਾਂ ਨਹੀਂ ਕਰਵਾਈਆਂ। ਉਸ ਤੋਂ ਬਾਅਦ ਜਦੋਂ ਸੰਘਰਸ਼ ਲੜੇ ਪਿਛਲੇ ਸਾਲ ਤੋਂ ਸਾਡੇ ਸਟੂਡੈਂਟਸ ਨੇ, ਹੋਰ ਸਟੇਕ ਹੋਲਡਰਸ ਨੇ, ਜਦੋਂ ਸੰਘਰਸ਼ ਲੜੇ ਫਿਰ ਇਹਨਾਂ ਨੇ ਇਲੈਕਸ਼ਨਾਂ ਦੀ ਡੇਟ ਡਿਕਲੇਅਰ ਕੀਤੀ ਸੀ ਤੇ ਉਹਨੂੰ ਵੀ ਕਈ ਵਾਰ ਡਿਕਲੇਅਰ ਕਰਕੇ ਪੋਸਟਪੋਨ ਕੀਤਾ ਗਿਆ। ਤੇ ਇਹਦੇ ਵਿੱਚ ਇਹੀ ਕਮੀ ਆ ਕਿ ਲੋਕਡਾਊਨ ਦੇ ਜਿਹੜਾ ਕਰੋਨਾ ਦੇ ਡਰ ਦੇ ਨਾਲ ਜਿਹੜੇ ਲੋਕ ਸੀ ਉਹ ਘਰਾਂ ਦੇ ਅੰਦਰ ਬਾੜੇ ਹੋਏ ਸੀ। ਤੇ ਦੂਜੀ ਗੱਲ ਆ, ਤੇ ਇਹਨਾਂ ਦਾ ਜਿਹੜਾ ਇਹਨਾਂ ਦੀ ਮਨਸਾ ਹੈਗੀ ਆ ਕਿ ਕੇਂਦਰ ਦੇ ਹੱਥ ਸਾਰੀਆਂ ਸ਼ਕਤੀਆਂ ਲੈਣ ਦੀ ਆ।